ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਮਾਂ ਕਿਰਪਾ ਹਸਪੀਟਲ ਨਸ਼ਾ ਛਡਾਊ ਕੇਂਦਰ ਜੋ ਕਿ ਮਾਛੀਵਾੜਾ ਰੋਡ ਸਮਰਾਲਾ ਵਿਖੇ ਸਥਿਤ ਹੈ। ਇਹ ਹਸਪੀਟਲ ਨਸ਼ੇ ਦੇ ਮਰੀਜ਼ਾਂ ਲਈ ਇੱਕ ਵਰਦਾਨ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ੇ ਦੇ ਮਰੀਜ਼ ਇੱਥੋਂ ਨਸ਼ਾ ਛੱਡ ਕੇ ਠੀਕ ਹੋ ਚੁੱਕੇ ਨੇ। ਇੱਥੇ ਹਰ ਪ੍ਰਕਾਰ ਦਾ ਨਸ਼ਾ ਜਿਵੇਂ ਕਿ ਭੁੱਕੀ, ਅਫੀਮ, ਸਮੈਕ, ਚਿੱਟਾ, ਹੀਰੋਇਨ, ਚਰਸ ਆਦਿ ਜੀਭ ਨੀਚੇ ਰੱਖਣ ਵਾਲੀ ਗੋਲੀ ਨਾਲ ਛੁਡਵਾਇਆ ਜਾਂਦਾ ਹੈ। ਸਾਡੀ ਟੀਮ ਨੇ ਇੱਥੋਂ ਦੇ ਕੌਂਸਲ ਮੈਮ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਮਾਂ ਕਿਰਪਾ ਹਸਪਤਾਲ ਨਸ਼ਾ ਛਡਾਊ ਕੇਂਦਰ ਬਾਰੇ ਸਾਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਓ ਨਜ਼ਰ ਮਾਰਦੇ ਹਾਂ ਇਸ ਦੀਆਂ ਝਲਕੀਆਂ ਤੇ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਮਾਂ ਕਿਰਪਾ ਨਸ਼ਾ ਛਡਾਊ ਕੇਂਦਰ ਦੇ ਉੱਤੇ ਜਿਹੜਾ ਕਿ ਸਮਰਾਲਾ ਦੇ ਮਾਛੀਵਾੜਾ ਰੋਡ ਤੇ ਸਥਿਤ ਹੈ ਔਰ ਗੱਲ ਕਰ ਰਹੇ ਇੱਥੋਂ ਦੇ ਕਾਉਂਸਲਰ ਮੈਡਮ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸਰ। ਮੈਡਮ, ਕੀ ਕਹਿਣਾ ਚਾਹੋਗੇ ਕਿ ਨਸ਼ੇ ਛਡਾਉਣ ਦੇ ਵਿੱਚ ਇੱਕ ਕਾਉਂਸਲਿੰਗ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਬੰਦੇ ਜਦੋਂ ਠੱਕੇ ਟੁੱਟੇ ਆਉਂਦੇ ਆ, ਬਹੁਤ ਉਹਨਾਂ ਦੀ ਮਾਈਂਡ ਸੈਟਅਪ ਜਿਹੜੇ ਹੈਗੇ ਉਹਨਾਂ ਦੇ ਪੇਰੈਂਟਸ ਦੇ, ਤੁਸੀਂ ਇਕੱਲੇ ਪੇਸ਼ੈਂਟ ਨੂੰ ਨਹੀਂ ਬਲਕਿ ਉਹਨਾਂ ਦੀ ਫੈਮਿਲੀ ਨੂੰ ਵੀ ਕਾਉਂਸਲ ਕਰਦੇ ਹੋ, ਕੀ ਕਹਿਣਾ ਚਾਹੋਗੇ? ਹਾਂਜੀ ਸਰ, ਉਹਨਾਂ ਦੀ ਫੈਮਿਲੀ ਨੂੰ ਵੀ ਕਾਉਂਸਲਿੰਗ ਕਰਦੇ ਹਾਂ ਅਤੇ ਪੇਸ਼ੈਂਟ ਨੂੰ ਵੀ ਜੋ ਵੀ ਉਹਨਾਂ ਦੇ ਥੋਟਸ ਨੇ, ਜੋ ਵੀ ਉਹਨਾਂ ਦੀ ਪ੍ਰੋਬਲਮਸ ਆ, ਸਾਰਿਆਂ ਨੂੰ ਮਤਲਬ ਵੀ ਦੇਖਿਆ ਜਾਂਦਾ ਹੈ। ਉਹ ਇਸ ਪ੍ਰੋਬਲਮ 'ਚ ਕਿਵੇਂ ਲੱਗੇ, ਉਹਨਾਂ ਨੂੰ ਇਸ ਪ੍ਰੋਬਲਮ ਤੋਂ ਬਾਹਰ ਕਿਵੇਂ ਨਿਕਲਣਾ, ਇਹ ਸਾਰੇ ਮਤਲਬ ਉਹਨਾਂ ਨੂੰ ਸੋਲੂਸ਼ਨ ਦਿੱਤੇ ਜਾਂਦੇ ਆ। ਮੈਡੀਸਨ ਦੇ ਨਾਲ ਕਾਉਂਸਲਿੰਗ ਮਤਲਬ ਵੀ ਬਹੁਤ ਜ਼ਰੂਰੀ ਆ ਹਰ ਇੱਕ ਪੇਸ਼ੈਂਟ ਲਈ। ਮਤਲਬ ਵੀ ਕਾਉਂਸਲਿੰਗ ਦੇ ਵਿੱਚੋਂ ਆਪਣੀ ਕੋਈ ਵੀ ਜੋ ਮਤਲਬ ਵੀ ਉਹਨਾਂ ਨੂੰ ਕੰਫਿਊਜ਼ਨ ਆ ਜਾਂ ਪ੍ਰੋਬਲਮ ਆ, ਉਹ ਮਤਲਬ ਵੀ ਸ਼ੇਅਰ ਕਰਦੇ ਨੇ। ਫਿਰ ਮਤਲਬ ਵੀ ਉਹਨਾਂ ਨੂੰ ਕੋਈ ਨਾ ਕੋਈ ਰਾਸਤਾ ਮਿਲਦਾ ਜੋ ਆਪਣੀ ਪ੍ਰੋਬਲਮ ਤੋਂ ਬਾਹਰ ਆ ਸਕਣ। ਕੀ ਕਹਿਣਾ ਚਾਹੋਗੇ ਕਿ ਇੱਕ ਵਾਰੀ ਨਸ਼ਾ ਜਿਹੜਾ ਛਡਾਉਣਾ ਹੀ ਗੱਲਬਾਤ ਨਹੀਂ ਹੈ, ਬਲਕਿ ਦੁਬਾਰਾ ਨਾ ਲੱਗੇ, ਉਹਦੇ ਲਈ ਫਿਰ ਜਦੋਂ ਤੁਸੀਂ ਕਾਉਂਸਲ ਕਰਦੇ ਹੋ ਉਹਦੇ ਮਾਈਂਡ ਦੇ ਵਿੱਚ ਕਿ ਭਾਈ ਤੂੰ ਯੋਗਾ ਕਰਨਾ, ਤੂੰ ਵਧੀਆ ਡਾਈਟ ਖਾਣੀ ਹੈਗੀ ਆ, ਤੂੰ ਕਿਸੇ ਦੇ ਪ੍ਰੈਸ਼ਰ 'ਚ ਨਹੀਂ ਰਹਿਣਾ ਹੈਗਾ, ਔਰ ਪੇਰੈਂਟਸ ਨੂੰ ਕਹਿੰਦੇ ਹੋ ਤੁਸੀਂ ਇਹਦਾ ਮਨੋਬਲ ਵਧਾਉਣਾ। ਇੱਦਾਂ ਨਹੀਂ ਕਿ ਤੁਸੀਂ ਹਰੇਕ ਗੱਲ ਤੈਨੂੰ ਟੋਕੋ ਜਾਂ ਤੁਸੀਂ ਕਹੋ ਤੂੰ ਅਮਲੀ ਆ, ਤੂੰ ਨਸ਼ੀ ਹੈ। ਕੀ ਕਹਿਣਾ ਚਾਹੋਗੇ ਕਿ ਹਰ ਚੀਜ਼ ਦੀ ਤੁਹਾਨੂੰ ਕਾਉਂਸਲ ਕਰਨੀ ਪੈਂਦੀ ਜਿਹਦੇ ਨਾਲ ਇੱਕ ਰਾਈਟ ਪਾਥ ਤੁਹਾਨੂੰ ਪੇਸ਼ੈਂਟ ਨੂੰ ਮਿਲਦਾ? ਹਾਂਜੀ, ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਿਵੇਂ ਕਿਸੇ ਵੀ ਮਤਲਬ ਵੀ ਪੇਸ਼ੈਂਟ ਨੇ ਆਪਣਾ ਨਸ਼ਾ ਛੱਡਣਾ ਜਾਂ ਕੋਈ ਡਰੱਗਸ ਆ ਜਾਂ ਕੋਈ ਵੀ ਪ੍ਰੋਬਲਮ ਤੋਂ ਦੂਰ ਹੋਣਾ, ਤਾਂ ਫੈਮਿਲੀ ਦੀ ਸਪੋਰਟ ਹੋਣੀ ਜ਼ਰੂਰੀ ਆ। ਜੇ ਫੈਮਿਲੀ ਦੀ ਸਪੋਰਟ ਨਹੀਂ ਹੈ, ਫੈਮਿਲੀ ਉਹਨਾਂ ਨੂੰ ਮਤਲਬ ਵੀ ਐਵੇਂ ਉਹਨਾਂ ਦਾ ਜੋ ਵੀ ਮਤਲਬ ਵੀ ਹੈਗਾ, ਪੇਸ਼ੈਂਟ ਕਹਿ ਰਿਹਾ ਮੈਂ ਨਸ਼ਾ ਛੱਡਣਾ, ਫੈਮਿਲੀ ਉਹਨਾਂ ਨੂੰ ਡੀਮੋਟੀਵੇਟ ਕਰ ਰਹੀ ਹੈ ਵੀ ਹਾਂ ਤੂੰ ਨਹੀਂ ਛੱਡਣਾ। ਜੋ ਵੀ ਉਹਨਾਂ ਦੇ ਮਤਲਬ ਵੀ ਟਰਸਟ ਆ ਉਹ ਫੈਮਿਲੀ ਉਹਨੂੰ ਨਹੀਂ ਦੇ ਰਹੀ ਜਾਂ ਟਾਈਮ ਨਹੀਂ ਦੇ ਰਹੀ ਕਿ ਹਾਂ ਨਸ਼ਾ ਛੱਡੇਗਾ ਜਾਂ ਸੁਧਰੇਗਾ, ਉਦੋਂ ਤੱਕ ਪੇਸ਼ੈਂਟ ਨਸ਼ਾ ਨਹੀਂ ਛੱਡ ਸਕਦਾ। ਮਤਲਬ ਵੀ ਨਾਲ ਦੀ ਨਾਲ ਟਰੀਟਮੈਂਟ ਵੀ ਉਹਨਾਂ ਨੂੰ ਪ੍ਰੋਪਰ ਜੋ ਮੈਡੀਸਨ ਆ ਜਿਵੇਂ ਉਹਨਾਂ ਨੂੰ ਦਿੱਤੀ ਜਾਂਦੀ ਉਵੇਂ ਦੇਣੀ ਜ਼ਰੂਰੀ ਆ। ਅਤੇ ਨਾਲ ਦੀ ਨਾਲ ਉਹਨਾਂ ਨੂੰ ਆਪਣੀ ਮਤਲਬ ਪੇਸ਼ੈਂਟ ਦਾ ਵੀ ਬਣਦਾ ਕਿ ਜਿਵੇਂ ਫੈਮਿਲੀ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਤਾਂ ਉਹਨਾਂ ਦੇ ਟਰਸਟ ਨੂੰ ਬਣਾ ਕੇ ਰੱਖੇ। ਦੂਸਰੀ ਗੱਲ ਇਹ ਉਦੋਂ ਤੱਕ ਮਤਲਬ ਵੀ ਨਸ਼ਾ ਜੋ ਖਤਮ ਨਹੀਂ ਹੋ ਸਕਦਾ ਉਦੋਂ ਤੱਕ ਜਦੋਂ ਤੱਕ ਇਹਦੀ ਸਪਲਾਈ ਨਹੀਂ ਬੰਦ ਹੁੰਦੀ। ਮੇਨ ਜਦੋਂ ਸਪਲਾਈ ਦੀ ਰੋਕਥਾਮ 'ਤੇ ਥੋੜ੍ਹਾ ਹੋਇਆ ਸਵਾਲ, ਮਤਲਬ ਵੀ ਜੋ ਵੀ ਇਹਨੂੰ ਖਤਮ ਕੀਤਾ ਜਾਵੇ ਸਪਲਾਈ ਨੂੰ, ਉਦੋਂ ਹੀ ਥੋੜ੍ਹਾ ਵਰਕ ਹੋ ਪਾਏਗਾ ਪ੍ਰੋਪਰ ਡਰੱਗਸ ਨੂੰ ਖਤਮ ਕਰਨ 'ਤੇ। ਮੈਡਮ, ਥੋੜ੍ਹੇ ਦਿਨ ਹੋਏ ਆ ਵਰਲਡ ਡੀ ਐਡਿਕਸ਼ਨ ਡੇ ਜਿਹੜਾ ਹੈਗਾ ਉਹ ਆਪਾਂ ਲੋਕ ਮਨਾ ਕੇ ਹਟੇ ਆ। ਕੀ ਕਹਿਣਾ ਚਾਹੋਗੇ ਕਿ ਉਹਦਾ ਮੇਨ ਮਾਟੋ ਜਿਹੜਾ ਉਹ ਮਤਲਬ ਮਨਾਉਣ ਦਾ ਹੀ ਹੈ ਕਿ ਅਸੀਂ ਸਾਰੇ ਸਮਾਜ ਵਾਲੇ ਵੀ ਪੜ੍ਹਨ ਲਈਏ ਕਿ ਅਸੀਂ ਉਹਨਾਂ ਚੀਜ਼ਾਂ ਤੋਂ, ਨਸ਼ੇ ਤੋਂ ਦੂਰ ਰਹਿਣਾ। ਚਾਹੇ ਆਪਾਂ ਸ਼ਰਾਬ ਵੀ ਪੀਂਦੇ ਹਾਂ ਤਾਂ ਉਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਹੈਗਾ। ਕਿ ਸਾਨੂੰ ਮਤਲਬ ਇਹੋ ਜਿਹੇ ਜਿਹੜੇ ਇਵੈਂਟਸ ਆਉਂਦੇ ਆ ਉਹਨਾਂ ਦੇ ਉੱਤੇ ਆਪਣੇ ਆਪ ਨੂੰ ਪੋਜ਼ੀਟਿਵ ਕਰਨਾ ਚਾਹੀਦਾ ਔਰ ਆਪਾਂ ਨੂੰ ਇੱਕ ਇਹ ਮਨ 'ਚ ਹੋਣਾ ਕਿ ਨਸ਼ਾ ਇੱਕ ਬਿਮਾਰੀ ਹੈ। ਇਹ ਨਹੀਂ ਹੈ ਕਿ ਨਸ਼ੇ ਵਾਲੇ ਬੰਦੇ ਨੂੰ ਆਪਾਂ ਵੱਢ ਕੇ ਸਿੱਟਾਂਗੇ, ਇੱਦਾਂ ਦਾ ਗੱਲ ਕਰਾਂਗੇ ਕਿ ਤੂੰ ਤਾਂ ਨਸ਼ੇ ਵਾਲਾ ਬੰਦਾ, ਤੂੰ ਇੱਦਾਂ, ਕਿ ਉਹ ਹੋਰ ਡੀਮੋਟੀਵੇਟ ਹੁੰਦਾ ਰਹੇ। ਬਲਕਿ ਉਹਨੂੰ ਅਸੀਂ ਮੋਟੀਵੇਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੋਈ ਗੱਲ ਨਹੀਂ ਯਾਰ, ਤੇਰੀ ਇਹ ਬਿਮਾਰੀ ਹੈ ਲੱਗੀ ਹੈ, ਫਿਰ ਕੀ ਹੋ ਗਿਆ? ਜਿੱਦਾਂ ਆਪਾਂ ਨੂੰ ਸ਼ੂਗਰ ਬਿਮਾਰੀ ਆ, ਹਾਰਟ ਅਟੈਕ ਦੀ ਆਪਾਂ ਨੂੰ ਕੋਈ ਬਲੱਡ ਦੀ ਬਿਮਾਰੀ ਹੈਗੀ, ਇਹ ਵੀ ਨਸ਼ਾ ਵੀ ਇੱਕ ਬਿਮਾਰੀ ਆ। ਅਗਰ ਉਹ ਲੱਗ ਗਿਆ ਤਾਂ ਇਹੀ ਕੈਨ ਕਿਉਰ। ਮਤਲਬ ਵੀ ਨਸ਼ਾ ਜੇ ਦੇਖਿਆ ਜਾਵੇ ਇੱਕ ਬਿਮਾਰੀ ਦੀ ਤਰ੍ਹਾਂ ਹੀ ਹੁੰਦਾ। ਮਤਲਬ ਵੀ ਇਹਦੇ ਵਿੱਚ ਇਹ ਆ ਮਤਲਬ ਵੀ ਪੇਸ਼ੈਂਟ ਨੂੰ ਜਿਵੇਂ ਆਪਾਂ ਦੁੱਧ ਪੀਣਾ ਸਟਾਰਟ ਕਰ ਦਿੰਦੇ ਹਾਂ, ਦੁੱਧ ਆਪਾਂ 1 ਜਾਂ 2 ਜਾਂ 3 ਗਲਾਸੇ ਪੀ ਸਕਦੇ ਹਾਂ। ਨਸ਼ਾ ਜੇ ਅੱਜ ਆਪਾਂ 1 ਗ੍ਰਾਮ ਲਗਾ ਲਿਆ, ਦੂਸਰੇ ਦਿਨ ਦੂਸਰਾ ਗ੍ਰਾਮ ਦੀ ਡੋਜ਼ ਵੱਧਦੀ ਜਾਂਦੀ, ਦਿਨ 'ਤੇ ਦਿਨ 5 ਤੋਂ 7 ਗ੍ਰਾਮ ਹੋ ਸਕਦੀ ਹੈ ਮਤਲਬ ਵੀ ਦਿਨ ਦੀ ਡੋਜ਼ ਪੇਸ਼ੈਂਟ ਦੀ। ਅਤੇ ਇਹ ਨਹੀਂ ਹੈਗਾ ਮਤਲਬ ਵੀ ਇਹਨੂੰ ਇੱਕਦਮ ਹੀ ਕੰਟਰੋਲ ਕਰ ਲਿਆ ਜਾਊਗਾ। ਇਹਨੂੰ ਮਤਲਬ ਵੀ ਜੋ ਵੀ ਮਤਲਬ ਵੀ ਡਰੱਗਸ ਨੂੰ ਕਿਸੇ ਵੀ ਪੇਸ਼ੈਂਟ ਨੂੰ ਛੱਡਣਾ ਨੇ, ਮਤਲਬ ਵੀ ਇਹਦਾ ਪ੍ਰੋਪਰ ਟਰੀਟਮੈਂਟ ਹੁੰਦਾ। ਮਤਲਬ ਵੀ ਉਹਨੂੰ ਪ੍ਰੋਪਰ ਲੈਣਾ ਪੈਂਦਾ ਫੈਮਿਲੀ ਸਪੋਰਟ ਦੇ ਨਾਲ, ਸੁਸਾਇਟੀ ਦੇ ਨਾਲ, ਆਪਣੇ ਵਰਕ ਦੇ ਨਾਲ, सारियाँ चीज़ों की सपोर्ट होनी बहुत ज़रूरी है। जैसे क्या कहना चाहेंगे कि ऑन द ईव ऑफ डी एडिक्शन डे, जैसे आप डॉक्टर्स ने और उन लोगों ने जिन्होंने हज़ारों की गिनती में लोगों को एक नई ज़िंदगी दी है और अब फिर प्रण कराया है कि आप लोग नशे से दूर रहेंगे, और आम सोसाइटी को भी कि सोसाइटी वाले जो लोग हैं उन्होंने भी आज डी एडिक्शन डे के ऊपर ये प्रण करना कि हमने नफरत नहीं करनी उन लोगों के साथ जो इस चीज़ में ग्रस्त हैं, क्योंकि वो लोग अपने आप नशा नहीं खाने लगे, उनको एक तरह से एडिक्शन हो गई है, ये कि बीमारी है। जैसे शुगर की बीमारी का इलाज है, हार्ट अटैक की बीमारी का इलाज है, वैसे इस बीमारी का भी इलाज है। और आप डॉक्टर्स के पास आते हैं, आप उसे काउंसल करते हैं, मेडिसिन देते हैं, तो वो लोग उस नशे की दलदल में से दूर हो जाते हैं। क्या कहना चाहिए?
जैसे हम अपने परिवार के किसी व्यक्ति को अगर बुखार होता है उसका इलाज करते हैं, उसको दवाई देते हैं, उसी तरह से नशे की बीमारी का भी इलाज करना ज़रूरी है। वो जानबूझ के करता है, गलत संगत में पड़ा है, हमारी सुनता नहीं, ऐसे कह के कुछ फ़ायदा नहीं है। नशा एक बीमारी है जो इलाज से ठीक हो सकती है। इसके लिए हमें ज़रूरी है कि जैसे हम बुखार का, हड्डी टूट जाए उसका या जुकाम का इलाज करते हैं, उसी तरह से नशे की बीमारी का इलाज करना ज़रूरी है। अक्सर यही पाया जाता है कि नशे करने वाले बंदे इधर डिप्रेशन या फिर एंग्जाइटी या फिर किसी मानसिक समस्या से ग्रस्त होते हैं। उसी वजह से उनको रास्ता मिल नहीं पाता, तो जो आसानी से रास्ता मिलता है सोसाइटी में, वो नशे की तरफ जाते हैं, खुद को नुकसान पहुंचाते हैं। ये आम कारण पाए जाते हैं कि वो नशा शुरू करते हैं। हमें जैसे हम किसी भी, जैसे आपने सही बताया कि हार्ट के मरीज़ को हम केयर करते हैं, उसको ट्रीटमेंट देते हैं, उसी तरह से नशे वाले बंदे को उसको प्यार से उसको समझने की कोशिश करें, उसका इलाज करें, वो ठीक हो सकता है, सुधर सकता है। डॉक्टर साहब, ये जो सेंटर है केवल नशा छुड़ाने के लिए नहीं है, उसके साथ साथ जो लोग डिप्रेशन में हैं, लेडीज़ हैं, चाइल्ड स्कैटरी की अगर हम बात कर रहे हैं, आजकल बच्चे जो पोर्न है, मोबाइल पोर्न है, क्या कहना चाहेंगे कि हर चीज़ के लिए आपके बच्चे अगर आपके कहना नहीं मानते, जिद्दी हो रहे हैं, या आपके बच्चे जो है सारा दिन मोबाइल छोड़ते नहीं हैं, और लेडीज़ को जिनको डिप्रेशन है, जो लोग सुसाइडल कई बार अपने माइंड सेटअप, आजकल मंदे का इतना दौर है, लोगों के पास पैसे की कमी है, क्या कहना चाहिए कि हर चीज़ के लिए आप लोग उनको काउंसिल करते हैं, उनको एक ट्रीटमेंट देते हैं, और हर मेडिसिन के साथ ये सारी चीज़ें क्यूरेबल हैं? हाँ जी, सभी मानसिक बीमारियां अगर जल्दी पकड़ी जाए तो उनका इलाज बहुत आसान है। और बच्चों के स्वभाव के लिए अगर सोचा जाए, घर में माँ बाप जिस तरह से बर्ताव करेंगे उसी को बच्चे अडेप्ट कर लेते हैं, उसी से सीखते हैं। अगर इसी वजह से अगर बच्चों से हम कुछ अच्छी चीज़ चाहते हैं वो करें, वो चीज़ें हमें भी करनी पड़ेगी। माँ बाप मोबाइल लेके बैठेंगे, ऑब्वियसली बच्चे मोबाइल लेके बैठेंगे, लेकिन अगर माँ बाप दिखाएंगे ये टाइम मोबाइल का नहीं है, हमें पढ़ाई करनी है या फिर हमें खाना खाना है, मोबाइल दूर रखेंगे खुद, तो बच्चा अपने आप उसका अनुकरण करेगा, खुद मोबाइल से दूर हो जाएगा। अगर आप दूसरी जो समस्या बोले महिलाओं के मानसिक प्रॉब्लम या फिर डिप्रेशन, इसमें भी परिवार के जो बाकी सदस्य है, सास ससुर हो, माँ बाप हो, पति हो, भाई बहन हो, इनको उस लेडी को सपोर्ट करना ज़रूरी है, उसको हेल्प करनी ज़रूरी है, और उसकी जल्द से जल्द मानसिक रोग विशेषज्ञ से, मतलब साइकेट्रिस्ट से ट्रीटमेंट देना ज़रूरी है। सर, माँ कृपा जो डिडेक्शन सेंटर जो एक वरदान बन चुका है लोगों के लिए, और आज तक कितने भी पेशेंट हैं, दर्शकों नीचे फ़ोन नंबर चल रहे हैं, आप लोग कभी मर्जी फ़ोन करके ये लोग आपको उन पेशेंट से भी मिला सकते हैं, उनके पेरेंट्स से भी मिला सकते हैं, क्या कहना चाहेंगे? मेरे कई सारे पेशेंट ऐसे हैं जो दूसरे पेशेंट को काउंसलिंग करके घर में, गांव में खुद का एग्जाम्पल देके कि भाई मैं इतना पहले नशे करता था, अब दवाई खा पर मैं ठीक हूँ, इस तरह से अपने दोस्तों को, रिश्तेदारों को लेके आते हैं कि मैं कैसे ठीक हो गया। तू ठीक होना आसान है, तो डॉक्टर को मिल और दवाई ले, डॉक्टर की सलाह से ट्रीटमेंट लेगा तो ठीक हो जाएगा। इस तरह के एग्जाम्पल मेरे सामने बहुत आ जाते हैं, जो रिश्तेदार या फिर पेशेंट के पिंड के और कोई लोग जो उसको प्रेरित करके ट्रीटमेंट दिलाते हैं। डॉक्टर साहब, क्या मैसेज रहेगा आपका आज हमारे देखने वाले दर्शकों को, यंग ब्लडर्स को, और उन लोगों को जो पहले तो एक थोड़ी डोज लेते हैं शराब की, कहते हैं कि हमने तो बियर पी है, बियर तो शराब नहीं है, क्या कहना चाहेंगे कि अगर ये लत में हम लोग पढ़ते हैं तो ये फिर आगे बढ़ता है? बियर शराब नहीं है, ये बात बिल्कुल गलत है। बियर भी एक तरह की शराब ही है, उसमें कॉन्सेंट्रेशन बिल्कुल कम है, लेकिन उसी से शुरुआत होती है। हम इसको गेटवे ड्रग बोलते हैं, जो तंबाकू या फिर बियर लेने वाले लोग हैं उसको गेटवे बोलते हैं। इसी से लोग शुरुआत नशा, छोटे नशे शुरू करते हैं, फिर बड़े नशे की तरफ, अफीम, चिट्टा या फिर डेली ड्रिंक करना, इसके तरफ जाते हैं। इनको सही रास्ते पर लाने के लिए या फिर इनका ट्रीटमेंट करने के लिए पूरे सोसाइटी को जागरूक होना ज़रूरी है। कोई बंदा एक दिन लेता है, कुछ नहीं, छोड़ दो, ऐसे करके नहीं चलेगा। उसको प्यार से समझाओ कि गलती होती है, अगली बार नहीं करनी है, जल्द से जल्द ट्रीटमेंट लेने हैं। थैंक यू सर। ओके जी।